Hello everyone, welcome back to my channel, and here I'm going to talk about a new cue card. The number of the cue card is 8, and that is describe a person you only met once and want to know more about ਇੱਕ ਇਹੋ ਜਿਹਾ ਬੰਦਾ ਜਿਹਨੂੰ ਤੁਸੀਂ ਇੱਕ ਵਾਰੀ ਮਿਲ ਚੁੱਕੇ ਹੋ ਤੇ ਤੁਸੀਂ ਉਹਦੇ ਬਾਰੇ ਹੋਰ ਜ਼ਿਆਦਾ ਜਾਣਨਾ ਚਾਹੁੰਦੇ ਹੋ। ਯੂਜੂਅਲੀ ਸਟੂਡੈਂਟਸ ਤੇ ਟੀਚਰਸ ਲਿਖਦੇ ਆ ਉਹੋ ਜਿਹਾ ਕਿਊ ਕਾਰਡ ਕਿ ਤੁਸੀਂ ਕਿਸੇ ਸੈਲੀਬ੍ਰਿਟੀ ਨੂੰ ਦੱਸ ਦਿਓ ਕਿ ਅਸੀਂ ਮਿਲੇ ਸੀਗੇ, ਉਸ ਕੌਨਸਰਟ 'ਤੇ ਮਿਲੇ ਸੀ, ਅਸੀਂ ਸਿਟੀ 'ਚ ਗਏ ਸੀਗੇ। ਸੋ ਇਸ ਟਾਈਪ ਦੇ ਯੂਜੂਅਲੀ ਸਟੂਡੈਂਟਸ ਜਾਂ ਟੀਚਰਸ ਕਹਿੰਦੇ ਤੁਸੀਂ ਬੋਲੋ ਸੀ, ਇਟ ਵੁੱਡ ਬੀ ਈਜ਼ੀ। ਸੋ ਇਹ ਤਾਂ ਹਰ ਕੋਈ ਬੋਲਦਾ ਆ, ਬਟ ਅੱਜ ਆਪਾਂ ਗੱਲ ਕਰਾਂਗੇ ਇੱਕ ਸਟ੍ਰੇਂਜਰ ਦੀ ਕਿ ਇੱਕ ਸਟ੍ਰੇਂਜਰ ਕਿਸ ਤਰ੍ਹਾਂ ਨਾਲ ਆਪਾਂ ਇੱਕ ਸਟ੍ਰੇਂਜਰ ਨੂੰ ਮਿਲੇ ਸੀ ਤੇ ਆਪਾਂ ਉਸਦੇ ਬਾਰੇ ਜ਼ਿਆਦਾ ਜਾਣਨਾ ਚਾਹੁੰਦੇ ਹਾਂ। ਸੋ ਐਵਰੀਡੇ ਦੀ ਤਰ੍ਹਾਂ ਅੱਜ ਵੀ ਮੈਂ ਤੁਹਾਡੇ ਲਈ ਇੱਕ ਰੀਅਲ ਕੋਹੀਜ਼ਨ ਕੋਹਰੈਂਸ ਪਲੱਸ ਇੱਕ ਹਾਈ ਕਲਾਸ ਔਰ ਯੂ ਕੈਨ ਸੇ ਐਡਵਾਂਸ ਵੋਕੈਬਲਰੀ ਦੇ ਨਾਲ ਕਿਊ ਕਾਰਡ ਲੈ ਕੇ ਆਈ ਹਾਂ। ਸੋ ਯੂ ਕੁਡ ਟੇਕ ਯੂਰ ਨੋਟਬੁੱਕ, pen, pencil, anything and start writing. So I am a really outgoing individual that can easily strike up a discussion ਕਿ ਮੈਂ ਇੱਕ ਇਹੋ ਜਿਹਾ ਬੰਦਾ ਆ ਜਿਹੜਾ ਕਿ ਈਜ਼ੀਲੀ ਡਿਸਕਸ਼ਨ ਨੂੰ ਸਟਾਰਟ ਕਰ ਲੈਂਦੇ ਆ। ਆਈ ਇੰਜੋਏ ਕਨਵਰਸਿੰਗ ਵਿਦ ਅਦਰਸ ਐਟ ਵਰਕ ਕਿ ਮੈਂ ਦੋ ਲੋਕਾਂ ਦੇ ਨਾਲ ਕਨਵਰਸ ਕਰਨਾ, ਲਾਈਕ ਗੱਲਬਾਤ ਕਰਨਾ, ਇਹਨੂੰ ਇੰਜੋਏ ਕਰਦਾ। ਐਟ ਇਵੈਂਟਸ, ਪਾਰਟੀਜ਼ ਐਂਡ ਈਵਨ ਔਨ ਮਾਈ ਐਵਰੀਡੇ ਕਮਿਊਟ, ਹਰ ਇੱਕ ਦਿਨ ਜਦੋਂ ਮੈਂ ਆਈ ਜਾ ਵੀ ਕਰਦਾ ਉਦੋਂ। ਆਈ ਟੈਂਡ ਟੂ ਫੋਰਗਟ ਅਬਾਊਟ ਫੋਕਸ ਆਈ ਹੈਵ ਓਨਲੀ ਮੈਟ ਵੰਸ, ਮੈਂ ਉਹਨਾਂ ਲੋਕਾਂ ਬਾਰੇ, ਫੋਕਸ ਹੁੰਦੇ ਆ ਲੋਕ, ਮੈਂ ਉਹਨਾਂ ਲੋਕਾਂ ਬਾਰੇ ਅਕਸਰ ਭੁੱਲ ਜਾਣਾ ਜਿਨ੍ਹਾਂ ਨੂੰ ਮੈਂ ਇੱਕ ਵਾਰੀ ਮਿਲਦਾ। ਐਂਡ ਆਈ ਐਮ ਲਾਈਕਲੀ ਟੂ ਸੀ ਅਗੇਨ ਐਂਡ ਅਨਲਾਈਕਲੀ, ਤੇ ਕਦੇ ਹੁੰਦਾ ਕਿ ਮੈਂ ਉਹਨਾਂ ਨੂੰ ਦੁਬਾਰੇ ਦੇਖਦਾ ਜਾਂ ਦੇਖਣਾ ਚਾਹੁੰਦਾ। ਸੋ ਇੱਥੇ ਜਿਹੜਾ ਏ ਐਮ ਲੱਗਿਆ ਐਮ, ਉਸ ਦਾ ਜਿਹੜਾ ਆਈ ਹੈ ਉਹ ਆਪਾਂ ਉੱਪਰ ਲਾ ਰੱਖਿਆ ਆਈ ਟੈਂਡ। ਸੋ ਇਸ ਆਈ ਦੇ ਵੀ ਹਫਤੇ ਹੀ ਅੱਗੇ ਆਪਾਂ ਲਾਈਨ ਨੂੰ ਕੰਟੀਨਿਊ ਕੀਤਾ ਬਿਕੋਜ਼ ਇਹਦੇ ਵਿੱਚ ਐਂਡ ਵਰਡ ਯੂਜ਼ ਹੋਇਆ, ਨੈਕਸਟ ਲਾਈਨ ਨਹੀਂ ਹੈਗੀ। ਹਾਊਐਵਰ ਦੇਰ ਇਜ਼ ਵਨ ਇੰਡੀਵਿਜੂਅਲ, ਇੱਥੇ ਇੱਕ ਹੀ ਯਦੀ ਵੀ ਇੱਕ ਇੰਡੀਵਿਜੂਅਲ ਇੱਕ ਬੰਦਾ ਹੈ। ਆਈ ਰਿਕਾਲ ਡਿਸਟਿੰਕਟਲੀ ਫਰੋਮ ਅ ਸਿੰਗਲ ਇਨਕਾਊਂਟਰ, ਜਿਹਨੂੰ ਮੈਂ ਬੜੀ ਹੀ ਚੰਗੀ ਤਰ੍ਹਾਂ ਮੈਨੂੰ ਚੇਤੇ ਆ ਉਹ। ਈਵਨ ਉੱਥੇ ਕੀ ਹੈ, ਸਿੰਗਲ ਇਨਕਾਊਂਟਰ। ਸਿੰਗਲ ਇਨਕਾਊਂਟਰ ਕਿਉਂ ਲਿਖਿਆ ਹੈ ਬਿਕੋਜ਼ ਕੁਐਸਚਨ ਦੇ ਵਿੱਚ ਹੈ ਮੈਟ ਵੰਸ, ਤਾਂ ਉਸ ਨੂੰ ਪੈਰਾਫਰੇਜ਼ ਕੀਤਾ ਸਿੰਗਲ ਇਨਕਾਊਂਟਰ ਕਿ ਮੈਂ ਇੱਕ ਵਾਰੀ ਉਸ ਨੂੰ ਮਿਲਿਆ। ਸੋ ਇਹਦਾ ਮਤਲਬ ਕੀ ਹੈ ਕਿ ਆਪਾਂ ਇੱਕ ਰਾਈਟ ਪਾਥ ਤੇ ਜਾ ਰਹੇ ਹਾਂ ਕਿਊ ਕਾਰਡ ਦੇ। ਹੀ ਲੈਫਟ ਐਨ ਇਨਡੈਲੀਜੀਬਲ ਇੰਪ੍ਰੈਸ਼ਨ ਔਨ ਮੀ, ਇਨਡੈਲੀਜੀਬਲ ਇੰਪ੍ਰੈਸ਼ਨ ਮਤਲਬ ਬੜਾ ਹੀ ਗਹਿਰਾ ਉਹਨੇ ਮੇਰੇ ਤੇ ਇੰਪ੍ਰੈਸ਼ਨ ਦਿੱਤਾ। ਐਂਡ ਆਈ ਕੁਡ ਨਾਟ ਸਟੋਪ ਥਿੰਕਿੰਗ ਅਬਾਊਟ ਹਿਮ, ਤੇ ਮੈਂ ਉਹਦੇ ਬਾਰੇ ਸੋਚਣ ਤੋਂ ਆਪਦੇ ਆਪ ਨੂੰ ਰੋਕ ਨਹੀਂ ਸਕਿਆ। ਔਨ ਮਾਈ ਵੇ ਟੂ ਮਾਈ ਹਾਊਸ ਇਨ ਰਾਜਸਥਾਨ, ਜਿਵੇਂ ਕਿ ਮੈਂ ਰਾਜਸਥਾਨ ਦੇ ਵਿੱਚ ਰਹਿੰਦੀ ਹਾਂ ਸੋ ਮੈਂ ਇਹਨੂੰ ਰਾਜਸਥਾਨ ਲਿਖਿਆ। ਸੋ ਤੁਸੀਂ ਜੇ ਪੰਜਾਬ ਜਾਂ ਮਹਾਰਾਸ਼ਟਰ, ਹੈਦਰਾਬਾਦ ਜਿੱਥੇ ਵੀ ਰਹਿੰਦੇ ਹੋ ਤਾਂ ਤੁਸੀਂ ਉਸ ਟਾਈਪ ਆਪਦਾ ਨਾਮ ਲਿਖ ਸਕਦੇ ਹੋ ਜਗ੍ਹਾ ਦਾ। ਸੋ ਜਦੋਂ ਮੈਂ ਆਪਦੇ ਘਰ ਜਿਹੜਾ ਕਿ ਰਾਜਸਥਾਨ ਦਾ ਉਹਦੇ ਰਾਹ ਵਿੱਚ ਸੀ, ਆਈ ਮੈਟ ਵਿਦ ਹਿਮ ਇਨ ਅ ਟ੍ਰੇਨ, ਮੈਂ ਉਹਦੇ ਨਾਲ ਟ੍ਰੇਨ ਦੇ ਵਿੱਚ ਮਿਲਿਆ। ਡਿਊਰਿੰਗ ਦ ਇੰਟਾਇਰ ਟ੍ਰਿਪ, ਇੰਟਾਇਰ ਹੁੰਦੇ ਪੂਰੀ ਟ੍ਰਿਪ ਦੇ ਦੌਰਾਨ, ਵੀ ਕੁਡ ਹੈਵ ਅ ਰੀਅਲ ਕਨਵਰਸੇਸ਼ਨ, ਸਾਡੀ ਬੜੀ ਹੀ ਰੀਅਲ ਮਤਲਬ ਬੜੀ ਹੀ ਵਧੀਆ ਕਨਵਰਸੇਸ਼ਨ ਹੋਈ। ਹੀ ਵੈਂਟ ਇਨ ਟੂ ਗ੍ਰੇਟਰ ਡਿਟੇਲ ਅਬਾਊਟ ਹਿਮਸੈਲਫ ਵਿਦ ਮੀ, ਉਹ ਆਪਦੇ ਬਾਰੇ 'ਚ ਇੱਕ ਬੜੀ ਹੀ ਗ੍ਰੇਟਰ ਮਤਲਬ ਡੀਪ ਡਿਟੇਲ ਦੇ ਵਿੱਚ ਮੈਨੂੰ ਉਹਨੇ ਦੱਸਿਆ। ਸਮਰ ਵਾਜ਼ ਹਿਜ਼ ਫੁੱਲ ਨੇਮ, ਉਹਦਾ ਫੁੱਲ ਨੇਮ ਕੀ ਸੀਗਾ, ਸਮਰ। ਹੀ ਵॉज ਮਾਈ ਸੀਨੀਅਰ ਬਾਏ ਅ ਫਿਊ ਈਅਰਸ, ਕਿ ਕੁਛ ਸਾਲ ਹੀ ਉਹ ਮੇਰੇ ਤੋਂ ਸੀਨੀਅਰ ਸੀ। ਹੀ ਵॉज ਵਿਜ਼ਿਟਿੰਗ ਪੰਜਾਬ ਫॉर ਦ ਵੀਕਐਂਡ, ਉਹ ਵੀਕਐਂਡ ਦੇ ਲਈ ਪੰਜਾਬ ਵਿਜ਼ਿਟ ਕਰ ਰਿਹਾ ਸੀ। ਐਂਡ ਵॉज ਓਰੀਜਨਲੀ ਫਰੋਮ ਬੀਕਾਨੇਰ, ਤੇ ਓਰੀਜਨਲੀ ਕਿੱਥੋਂ ਸੀ, ਬੀਕਾਨੇਰ। ਜਿਵੇਂ ਕਿ ਮੈਂ ਰਾਜਸਥਾਨ ਤੋਂ, ਸੋ ਮੈਂ ਪ੍ਰੈਫਰ ਕੀਤਾ ਕਿ ਮੈਂ ਬੀਕਾਨੇਰ ਲਿਖਾਂ। ਸੋ ਤੁਸੀਂ ਵੀ ਆਪਦੀ ਸਿਟੀ ਜਾਂ ਆਪਦੀ ਨੇਬਰ ਸਿਟੀ ਦਾ ਨੇਮ ਲਿਖ ਸਕਦੇ ਹੋ। ਇਨ ਹਿਜ਼ ਸਪੇਅਰ ਟਾਈਮ, ਆਪਦੇ ਫ੍ਰੀ ਟਾਈਮ ਦੇ ਵਿੱਚ ਹੀ ਇੰਜੋਇਡ ਹਾਈਕਿੰਗ, ਉਹ ਹਾਈਕਿੰਗ ਕਰਨਾ ਇੰਜੋਏ ਕਰਦਾ ਸੀ। ਐਕਸਪਲੋਰਿੰਗ ਨਿਊ ਸਿਟੀਜ਼ ਐਂਡ ਰੀਡਿੰਗ, ਆਹ ਉਹਦੀਆਂ 3 ਹੌਬੀਜ਼ ਸੀਗੀਆਂ। ਆਈ ਟੂ ਐਮ, ਇੱਥੇ ਜਿਹੜਾ TOO ਹੈ ਉਹ 2 ਕੋਮਾਸ ਦੇ ਵਿੱਚ ਲਿਖਿਆ ਹੈ ਕੋਹੀਜ਼ਨ ਕੋਹਰੈਂਸ ਮੇਨਟੇਨ ਕਰਨ ਦੇ ਲਈ, ਆਪਣੇ ਇੰਪ੍ਰੈਸਿਵ ਬਣਾਉਣ ਦੇ ਲਈ ਹੋਰ ਜ਼ਿਆਦਾ ਕਿਊ ਕਾਰਡ ਨੂੰ। ਸੋ ਆਈ ਐਮ, ਸੋ ਤੁਸੀਂ ਬੋਲੋ ਮੈਂ ਆਈ ਟੂ ਐਮ ਅ ਟਰੈਵਲ ਐਂਥੂਸੀਆਸਟਿਕ, ਮਤਲਬ ਮੈਂ ਵੀ ਜਿਹੜਾ ਟਰੈਵਲ ਆ ਉਹ ਬੜੇ ਚਾਅ ਨਾਲ ਕਰਦਾ ਹਾਂ। ਐਂਡ ਵੀ ਸਵੈਪਡ ਸਟੋਰੀਜ਼ ਅਬਾਊਟ ਅਮੇਜ਼ਿੰਗ ਪਲੇਸਿਸ ਵੀ ਹੈਡ ਸੀਨ, ਕਿ ਜਿਹੜੇ ਪਲੇਸਿਸ ਮੈਂ ਦੇਖ ਚੁੱਕੇ ਹਾਂ ਉਹਨਾਂ ਦੀਆਂ ਸਟੋਰੀਜ਼ ਨੂੰ ਅਸੀਂ ਇੱਕ ਦੂਜੇ ਨਾਲ ਸਾਂਝਾ ਕੀਤਾ। ਹੀ ਐਕਸਪਲੇਨਡ ਦੈਟ, ਉਹਨੇ ਚੰਗੀ ਤਰ੍ਹਾਂ ਐਕਸਪਲੇਨ ਕੀਤਾ। ਹੀ ਵਾਜ਼ ਅ ਕੰਪਿਊਟਰ ਇੰਜੀਨੀਅਰ, ਕਿ ਉਹ ਇੱਕ ਕੰਪਿਊਟਰ ਇੰਜੀਨੀਅਰ ਹੈ। ਅ ਡਿਮਾਂਡਿੰਗ ਪ੍ਰੋਫੈਸ਼ਨ, ਜਿਹੜਾ ਕਿ ਅੱਜ ਕੱਲ੍ਹ ਬੜਾ ਹੀ ਡਿਮਾਂਡਿੰਗ ਪ੍ਰੋਫੈਸ਼ਨ ਆ। ਹੀ ਡਿਡ ਹਾਊਐਵਰ, ਹੁਣ ਇੱਥੇ ਫਿਰ ਮੈਂ ਹਾਊਐਵਰ 2 ਕੋਮਾਸ ਦੇ ਵਿੱਚ ਲਾਇਆ ਹੈ। ਸੋ ਇਸ ਟਾਈਪ ਨਾਲ ਤੁਸੀਂ ਰਾਈਟਿੰਗ ਦੇ ਵਿੱਚ ਵੀ ਲਿਖ ਸਕਦੇ ਹੋ। ਦੈਨ ਆਈ ਐਮ ਡੈਮ ਸ਼ੋਰ ਦੈਟ ਯੂ ਵਿਲ ਗੈਟ 6.5। ਸੋ ਹੀ ਡਿਡ ਹਾਊਐਵਰ ਇਨਸ਼ੋਰ, ਕਿ ਉਹਨੇ ਮੈਨੂੰ ਇਹ ਵੀ ਇਨਸ਼ੋਰ ਕੀਤਾ ਦੈਟ ਹੀ ਰੈਜੀਨੋਵੇਟਡ ਹਿਮਸੈਲਫ ਬਾਈ
ਥਿੰਗਸ ਹੀ ਇੰਜੋਇਡ, ਕਿ ਉਹ ਆਪਦੇ ਆਪ ਨੂੰ ਰੈਜੂਨੋਵੇਟ ਹੁੰਦਾ ਹੈ, ਫਰੈਸ਼ਨ ਅਪ ਕਰਦਾ ਹੈ ਹਿਮਸੈਲਫ ਬਾਈ ਡੂਇੰਗ ਥਿੰਗਸ ਹੀ ਇੰਜੋਇਡ, ਜਿਹੜੀਆਂ ਚੀਜ਼ਾਂ ਉਹ ਇੰਜੋਏ ਕਰਦਾ ਹੈ ਉਹ ਸਭ ਚੀਜ਼ਾਂ ਕਰਕੇ ਉਹ ਬਹੁਤ ਜ਼ਿਆਦਾ ਆਪਦੇ ਆਪ ਨੂੰ ਫਰੈਸ਼ਨ ਅਪ ਕਰਦਾ ਹੈ। ਨੈਕਸਟ he started to play puzzles, ਉਹਨੇ puzzles ਨੂੰ ਖੇਲਣਾ ਸਟਾਰਟ ਕੀਤਾ ਹੈ। and he examined the ones I was unable to answer, ਤੇ ਉਹਨੇ ਇਹ ਦੇਖਿਆ ਕਿ ਇੱਕ ਵਾਰੀ ਮੈਂ ਆਨਸਰ ਦੇਣ ਦੇ ਵਿੱਚ ਇੰਨਾ ਸਮਰਥ ਨਹੀਂ ਸੀ। he began to assist me, ਉਹਨੇ ਮੇਰੀ ਹੈਲਪ ਕਰਨੀ ਸਟਾਰਟ ਕੀਤੀ in answering such queries, ਇਹਨਾਂ queries ਦਾ ਆਨਸਰ ਕਰਨ ਦੇ ਵਿੱਚ। he was aware of all the questions, ਉਹ ਸਾਰੇ ਕੁਐਸਚਨ ਦੇ ਰਿਗਾਰਡਿੰਗ ਬੜਾ ਹੀ ਅਵੇਅਰ ਸੀਗਾ। I was unable to answer, ਤੇ ਮੈਂ ਉਹਨੂੰ ਆਨਸਰ ਕਰਨ ਦੇ ਵਿੱਚ ਪੂਰੀ ਤਰ੍ਹਾਂ ਅਨਏਬਲ ਸੀ, ਅਸક્ષਮ ਸੀਗਾ। I was blown away and asked him how he knew so much, ਮਤਲਬ ਉਹਨੇ ਕਿਹਾ ਕਿ ਮੈਂ ਬੜਾ ਹੀ ਇੱਕ ਤਾਂ ਅਸਟੋਨਿਸ਼ ਹੋਇਆ ਤੇ ਮੈਂ ਉਹਨੂੰ ਪੁੱਛਿਆ ਕਿ ਉਹ ਇੰਨਾ ਸਭ ਕੁਝ ਕਿਵੇਂ ਜਾਣਦਾ। he informed me, ਉਹਨੇ ਮੈਨੂੰ ਇਨਫੋਰਮਡ ਕੀਤਾ। ਹੀ ਵਾਜ਼ ਅ ਰੀਡਰ, ਕਿ ਉਹ ਇੱਕ ਰੀਡਰ ਹੈ ਜਿਹੜਾ ਕਿ ਹਮੇਸ਼ਾ ਬੁੱਕਸ ਨੂੰ ਰੀਡ ਕਰਦਾ ਹੈ, ਨਿਊਜ਼ਪੇਪਰ ਨੂੰ ਹਰ ਦਿਨ ਰੀਡ ਕਰਦਾ ਹੈ। ਹੀ ਬਿਗਨ ਟੂ ਕਨਵਰਸ ਮੋਰ, ਤਾਂ ਉਹਨੇ ਹੋਰ ਵੀ ਜ਼ਿਆਦਾ ਕਨਵਰਸੇਸ਼ਨ ਸਟਾਰਟ ਕਰਤੀ। ਹੀ ਵਾਜ਼ ਨਾਟ ਓਨਲੀ ਨੌਲੇਜੇਬਲ, ਉਹ ਸਿਰਫ ਨੌਲੇਜੇਬਲ ਹੀ ਨਹੀਂ ਬਟ ਆਲਸੋ ਕਲੈਵਰ ਐਂਡ ਹਿਲੈਰੀਅਸ, ਕਲੈਵਰ ਹੁੰਦਾ ਚਲਾਕ ਤੇ ਹਿਲੈਰੀਅਸ ਹੁੰਦਾ ਫਨੀ। ਤਾਂ ਇੱਥੇ ਦੇਖੋ ਮੈਂ ਕਿਹੜੀ ਸਟਰਕਚਰ ਯੂਜ਼ ਕੀਤੀ ਹੈ, ਨਾਟ ਓਨਲੀ ਬਟ ਆਲਸੋ ਦੀ ਸਟਰਕਚਰ ਯੂਜ਼ ਕੀਤੀ ਹੈ। ਸੋ ਇੱਥੇ ਤੁਸੀਂ ਧਿਆਨ ਰੱਖਣਾ ਹੈ ਰਾਈਟਿੰਗ ਦੇ ਵਿੱਚ ਵੀ ਕਿ ਬਟ ਆਲਸੋ ਤੋਂ ਪਹਿਲਾਂ ਤੁਸੀਂ ਕੋਮਾ ਲਾਉਣਾ। ਸੋ ਜਦੋਂ ਆਪਾਂ ਨਾਟ ਓਨਲੀ ਬਟ ਆਲਸੋ ਦੀ ਸਟਰਕਚਰ ਇਸ ਟਾਈਪ ਨਾਲ ਕਿ ਸਿਰਫ ਉਹ ਇਹ ਹੀ ਨਹੀਂ ਬਲਕਿ ਇਹਦੇ ਨਾਲ ਉਹ ਇਦਾਂ ਵੀ ਹੈ। ਸੋ ਇਸ ਟਾਈਪ ਨਾਲ ਆਪਾਂ ਇਸ ਸਟਰਕਚਰ ਨੂੰ ਯੂਜ਼ ਕਰ ਸਕਦੇ ਹਾਂ। he was having trouble striking a study I was having trouble striking a study life balance, ਕਿ ਮੈਨੂੰ ਆਪਦੀ ਸਟੱਡੀ ਤੇ ਲਾਈਫ ਦੇ ਵਿੱਚ ਬੈਲੈਂਸ ਕਰਨ 'ਚ ਬੜੀ ਪ੍ਰੋਬਲਮ ਆਉਂਦੀ ਹੈ। I felt uplifting ਹੁੰਦਾ ਕਿ ਮੈਨੂੰ ਬੜਾ ਹੀ ਵਧੀਆ ਲੱਗਿਆ ਕਿ ਲਾਈਕ ਮੈਂ ਬਹੁਤ ਜ਼ਿਆਦਾ ਪੋਜ਼ੀਟਿਵ ਹੋਇਆ, ਡਰਾਈਵਨ ਐਂਡ ਇੰਸਪਾਇਰਡ, ਤੇ ਮੈਨੂੰ ਬੜਾ ਹੀ ਇੰਸਪੀਰੇਸ਼ਨ ਮਿਲੀ ਆਫਟਰ ਹੀਅਰਿੰਗ ਹਿਸ ਸਪੀਚ, ਜਦੋਂ ਮੈਂ ਉਹਦੀ ਸਪੀਚ ਸੁਣੀ। I lost track of time, ਕਿ ਮੈਂ ਆਪਦਾ ਟਾਈਮ ਦੇਖਣਾ ਭੁੱਲ ਹੀ ਗਿਆ ਜਾਂ ਮੈਂ ਇੰਨਾ ਉਹਦੀਆਂ ਗੱਲਾਂ 'ਚ ਖੁੱਭ ਗਿਆ ਕਿ ਮੈਨੂੰ ਵਕਤ ਦਾ ਪਤਾ ਹੀ ਨਹੀਂ ਲੱਗਿਆ। and arrived at my station rather quickly, ਤੇ ਮੈਂ ਬੜੀ ਹੀ ਕੁਇਕਲੀ ਆਪਦੀ ਸਟੇਸ਼ਨ ਤੇ ਪਹੁੰਚ ਗਿਆ। I had a brief train stop, ਕਿ ਮੇਰਾ ਉਹ ਇੱਕ ਹੀ ਟ੍ਰੇਨ ਦਾ ਸਟਾਪ ਸੀ and needed to exit immediately, ਤੇ ਮੈਨੂੰ ਛੇਤੀ ਉੱਤੇ ਥੱਲੇ ਉਤਰਨਾ ਦੀ ਲੋੜ ਸੀ, ਮਤਲਬ ਮੈਂ ਛੇਤੀ ਭੱਜ ਕੇ ਉਤਰਿਆ, ਅਦਰਵਾਈਜ਼ ਮੇਰਾ ਸਟਾਪ ਜਿਹੜਾ ਉਹ ਮਿਸ ਹੋ ਜਾਂਦਾ। I wish we had swapped ਫੋਨ ਨੰਬਰਸ, ਮੈਂ ਇਹ ਸੋਚਦਾ ਕਿ ਕਾਸ਼ ਅਸੀਂ ਆਪਦੇ ਫੋਨ ਨੰਬਰਸ ਵਟਾ ਲੈਂਦੇ, ਇੱਕ ਦੂਜੇ ਨੂੰ ਆਪਦੇ ਫੋਨ ਨੰਬਰਸ ਦੇ ਦਿੰਦੇ। ਇਟਸ ਡਿਫਿਕਲਟ ਟੂ ਫਾਈਂਡ ਸਮਵਨ ਵਿਦ ਸੱਚ ਅ cheerful ਐਟੀਟਿਊਡ, ਕਿਉਂਕਿ ਇਹ ਬਹੁਤ ਹੀ ਜ਼ਿਆਦਾ ਡਿਫਿਕਲਟ ਹੈ, ਅਡੋਸ਼ੀਅਸ ਟਾਸਕ ਹੈ ਕੋਈ ਇਹੋ ਜਿਹਾ ਬੰਦਾ ਲੱਭਣਾ ਜਿਹਨਾਂ ਇੰਨਾ ਵਧੀਆ ਚੇਅਰਫੁਲ ਐਟੀਟਿਊਡ ਹੋਵੇ। ਆਈ ਵੁੱਡ ਲਵ ਟੂ ਲਰਨ ਮੋਰ ਅਬਾਊਟ ਸਮਰ, ਤੇ ਮੈਂ ਉਹ ਸਮਰ ਦੇ ਬਾਰੇ ਹੋਰ ਵੀ ਬਹੁਤ ਕੁਝ ਜਾਣਨਾ ਚਾਹੁੰਦਾ। ਐਂਡ ਹੈਵ ਹਿਮ ਐਜ਼ ਅ ਫਰੈਂਡ ਐਂਡ ਮੈਂਟਰ ਇਨ ਮਾਈ ਲਾਈਫ, ਤੇ ਉਹਨੂੰ ਮੈਂ ਐਜ਼ ਅ ਫਰੈਂਡ ਤੇ ਐਜ਼ ਅ ਗੁਰੂ ਆਪਦੀ ਜ਼ਿੰਦਗੀ ਦੇ ਵਿੱਚ ਦੇਖਣਾ ਚਾਹੁੰਦਾ। ਸੋ ਇਹਦੇ ਵਿੱਚ ਦੇਖੋ ਆਪਾਂ ਇੱਕ ਬਿਲਕੁਲ ਹੀ ਡਿਫਰੈਂਟ ਸਟੋਰੀ ਦੀ ਗੱਲ ਕੀਤੀ ਹੈ, ਸਾਰੇ ਸਟੂਡੈਂਟਸ ਤੋਂ ਡਿਫਰੈਂਟ, ਹਰ ਇੱਕ ਤੋਂ ਡਿਫਰੈਂਟ ਦੀ ਸਟੋਰੀ ਗੱਲ ਕੀਤੀ ਹੈ। ਸੋ ਡੈਫੀਨੇਟਲੀ ਜਦੋਂ ਇਹ ਤੁਸੀਂ ਐਗਜ਼ਾਮੀਨਰ ਨੂੰ ਦੱਸੋਗੇ ਫੇਮਸ ਪੀਪਲ ਮਿਲਿਆ, ਆਹ ਐਥਲੀਟ ਮਿਲਿਆ, ਉਹ ਸੁਣ ਕੇ ਐਗਜ਼ਾਮੀਨਰ ਫੁੱਲੀ ਬੋਰ ਹੋ ਜਾਂਦੇ ਆ ਐਂਡ ਫਰਸਟ੍ਰੇਟਡ ਹੋ ਜਾਂਦੇ ਆ। ਜਦੋਂ ਤੁਸੀਂ ਇਹ ਸਟੋਰੀਜ਼ ਐਗਜ਼ਾਮੀਨਰ ਨੂੰ ਦੱਸੋਗੇ ਤਾਂ ਉਹਨੂੰ ਕਿੰਨਾ ਉਹ ਲਾਈਕ ਇੰਥੂਜ਼ੀਆਸਟਿਕਲੀ ਤੁਹਾਨੂੰ ਸੁਣੂਗਾ ਤੇ ਕਿੰਨੇ ਵਧੀਆ ਇੰਪ੍ਰੈਸ ਹੋ ਕੇ ਤੁਹਾਨੂੰ ਬੈਂਡ ਸਕੋਰ ਦੇਊਗਾ। ਸੋ ਡੈਫੀਨੇਟਲੀ ਤੁਹਾਨੂੰ ਇਸ ਟਾਈਪ ਦੀਆਂ ਸਟੋਰੀਜ਼ ਪਾਉਣੀਆਂ ਚਾਹੀਦੀਆਂ। ਆਈ ਰੈਕਮੈਂਡ ਟੂ ਮਾਈ ਆਲ ਸਟੂਡੈਂਟ, ਮੈਂ ਆਪਦੇ ਸਟੂਡੈਂਟਸ ਨੂੰ ਹਮੇਸ਼ਾ ਇਹ ਰੈਕਮੈਂਡ ਕਰਦੀ ਹੈ ਕਿ ਕੋਈ ਇੰਟਰਸਟਿੰਗ ਜਿਹੀ ਸਟੋਰੀ ਤੁਸੀਂ ਐਗਜ਼ਾਮੀਨਰ ਨੂੰ ਦੱਸੋ ਤਾਂ ਕਿ ਉਹਨੂੰ ਤੁਹਾਡੀ ਸਪੀਕਿੰਗ ਦੇ ਵਿੱਚ ਇੰਟਰਸਟ ਆਵੇ। ਸੋ ਕੁਐਸਚਨ 1, ਐਜ਼ ਮੈਂ ਤੁਹਾਨੂੰ ਜਿਵੇਂ ਹਮੇਸ਼ਾ ਵੀਡੀਓ ਦੇ ਨਾਲ ਮੈਂ ਫੋਲੋਅਪ ਕੁਐਸਚਨ ਪਾਉਣੀ, ਸੋ ਇਸ ਵੀਡੀਓ ਦੇ ਫੋਲੋਅਪ ਕੁਐਸਚਨ ਇਹ ਆ, ਹਾਊ ਡੂ ਪੀਪਲ ਮੇਕ ਫਰੈਂਡਸ ਇਨ ਇੰਡੀਆ, ਕਿ ਲੋਕੀ ਇੰਡੀਆ ਦੇ ਵਿੱਚ ਫਰੈਂਡਸ ਕਿਵੇਂ ਬਣਾਉਂਦੇ ਆ। ਇਨ ਇੰਡੀਆ ਦੇ ਵਿੱਚ ਪੀਪਲ ਮੇਕ ਫਰੈਂਡਸ ਥਰੂ ਸਟਰਾਈਕਿੰਗ ਅਪ ਡਿਸਕਸ਼ਨਸ, ਇੰਡੀਆ ਦੇ ਵਿੱਚ ਫਰੈਂਡਸ ਜਿਹੜੇ ਆ ਉਹ ਡਿਸਕਸ਼ਨ ਨਾਲ ਬਣ ਜਾਂਦੇ, ਲਾਈਕ ਡਿਸਕਸ਼ਨ ਕਰਦੇ ਲੋਕ ਜਿੱਦਾਂ ਆਪਾਂ ਲਾਸਟ ਕਿਊ ਕਾਰਡ ਦੇ ਵਿੱਚ ਵੀ ਪੜ੍ਹਿਆ ਕਿ ਉਹਨਾਂ ਦੀ ਡਿਸਕਸ਼ਨ ਸਟਾਰਟ ਹੋਈ ਸੀਗੀ। ਐਕਸਪ੍ਰੈਸਿੰਗ ਇੰਟਰਸਟ, ਲੋਕੀ ਆਪਦੇ ਇੰਟਰਸਟ ਜਦੋਂ ਐਕਸਪ੍ਰੈਸ ਕਰਦੇ ਆਪਾਂ ਨੂੰ ਲੱਗਦਾ ਕਿ ਹਾਂ ਇਹ ਸੇਮ ਇੰਟਰਸਟ ਦਾ, ਤਾਂ ਵੀ ਲੋਕੀ ਫਰੈਂਡਸ ਬਣਾ ਲੈਂਦੇ ਆ। ਸਮਾਈਲਿੰਗ, ਸ਼ੇਅਰਿੰਗ ਐਂਡ ਆਫਰਿੰਗ ਅਸਿਸਟੈਂਸ, ਸਮਾਈਲ ਕਰਕੇ ਜਦੋਂ ਸਮਾਈਲ ਕਰਦੇ ਫਿਰ ਆਪਾਂ ਕਹਿੰਦੇ ਹੇ ਹਾਊ ਆਰ ਯੂ, ਸੋ ਉਹ ਬੰਦਾ ਕਹਿੰਦਾ ਆਪਣਾ ਗੱਲਬਾਤ ਸਟਾਰਟ ਹੋ ਜਾਂਦੀ, ਫਿਰ ਉਹ ਡਿਸਕਸ਼ਨ ਹੋ ਜਾਂਦੀ ਹੈ। ਦੈਨ ਆਫਟਰ ਸ਼ੇਅਰਿੰਗ, ਆਪਾਂ ਜੇ ਕੋਈ ਚੀਜ਼ ਸ਼ੇਅਰ ਕਰਦੇ ਹਾਂ ਤਾਂ ਉਹ ਬੰਦਾ ਕਹਿੰਦਾ ਥੈਂਕਸ ਫॉर ਹੈਲਪਿੰਗ, ਕਿ ਮੈਂ ਅੱਗੇ ਇਫ ਯੂ ਵਿਲ ਹੈਵ ਐਨੀ ਨੀਡ ਲਾਈਕ ਦੈਨ ਯੂ ਕੈਨ ਕਾਲ ਮੀ, ਰਾਈਟ। ਐਂਡ ਆਫਰਿੰਗ ਅਸਿਸਟੈਂਸ, ਤੇ ਜਦੋਂ ਆਪਾਂ ਕਿਸੇ ਦੀ ਹੈਲਪ ਕਰਦੇ ਹਾਂ ਉਦੋਂ ਬੰਦਾ ਫਰੈਂਡਸ ਬਣ ਜਾਂਦਾ। ਸੋ ਇਹ ਵੇਜ਼ ਆ। ਦਿਸ ਇਜ਼ ਅ ਪਰਟੀਕੂਲਰਲੀ ਟਰੂ ਅਮੰਗ ਦ ਐਲਡਰਲੀ, ਪਰ ਇਹ ਜਿਹੜਾ ਹੈ
ਸਪੈਸ਼ਲੀ ਕਿੰਨਾਂ ਦੇ ਸੈਂਸ ਦੇ ਵਿੱਚ ਸਹੀ ਹੈ? ਐਲਡਰਲੀ ਦੇ। ਸੋਸ਼ਲ ਮੀਡੀਆ ਨੈਟਵਰਕਸ ਆਰ ਵੇਅਰ ਯੰਗ ਪੀਪਲ ਟੈਂਡ ਟੂ ਕ੍ਰੀਏਟ ਫਰੈਂਡਸ। ਹੁਣ ਕੀ ਹੈ ਕਿ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਨੈਟਵਰਕ ਹੈ ਜਿੱਥੇ ਯੰਗ ਜਵਾਕ ਜਿਹੜੇ ਹੈ, ਬੱਚੇ ਹੈ ਜਾਂ ਲੋਕ ਹੈ, ਉਹ ਕੀ ਹੈ ਫਰੈਂਡਸ ਨੂੰ ਬਣਾਉਂਦੇ ਆ। ਦੇ ਮੇਕ ਮੋਰ ਆਨਲਾਈਨ ਫਰੈਂਡਸ ਦੈਨ ਦੇ ਡੂ ਇਨ ਪਰਸਨ, ਕਿ ਉਹ ਜ਼ਿਆਦਾ ਆਨਲਾਈਨ ਫਰੈਂਡਸ ਬਣਾਉਂਦੇ ਕਿਹਦੇ ਨਾਲੋਂ? ਕਿ ਉਹ ਇਨ ਪਰਸਨ ਹੁੰਦਾ ਫੇਸ ਟੂ ਫੇਸ ਜਾਂ ਆਪਦੇ ਨੇਬਰਸ ਦੇ ਵਿੱਚ, ਆਪਦੀ ਕਲੋਨੀ ਦੇ ਵਿੱਚ ਫਰੈਂਡਸ ਬਣਾਉਣ ਨਾਲੋਂ ਆਨਲਾਈਨ ਫਰੈਂਡਸ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਆ। On what occasions do people like to make friends? ਕਿਹੜੇ occasions ਤੇ ਕਿਸ situations ਤੇ ਲੋਕੀ ਆਪਦੇ friends ਬਣਾਉਂਦੇ ਆ? So friendships are formed during numerous events. ਬਹੁਤ ਸਾਰੇ events ਦੇ ਦੌਰਾਨ friendship ਕੀਤੀ ਜਾਂਦੀ ਹੈ, ਮਤਲਬ develop ਕੀਤੀ ਜਾਂਦੀ ਹੈ, ਜਿਵੇਂ ਕਿ weddings ਹੋ ਗਈ, birthday celebrations and other social gatherings. People can make friends while traveling. ਲੋਕੀ ਜਿਹੜੇ ਹੈ ਉਹ traveling ਦੇ ਦੌਰਾਨ, ਜਿਵੇਂ ਕਿ ਆਪਾਂ Q card ਦੇ ਵਿੱਚ traveling ਦੇ ਦੌਰਾਨ friend ਬਣਾਏ ਸੀ ਉੱਦਾਂ, and learning about new culture and region, ਜਦੋਂ ਲੋਕੀ ਨਵੇਂ ਕਲਚਰ ਤੇ ਰੀਜਨ ਨੂੰ ਸਿੱਖਦੇ ਆ ਉਦੋਂ ਵੀ ਫਰੈਂਡਸ ਉਹ ਬਣਾਉਂਦੇ ਆ। ਅਟੈਂਡਿੰਗ ਹੌਬੀ ਕਲਾਸਿਸ ਔਰ ਜੁਆਇਨਿੰਗ ਆਨਲਾਈਨ ਕਮਿਊਨਿਟੀਜ਼, ਇਹ ਸਭ ਜਿੱਦਾਂ ਹੁਣ ਆਨਲਾਈਨ ਕਮਿਊਨਿਟੀਜ਼ ਦਾ ਮਤਲਬ ਹੋ ਗਿਆ ਫੋਰ ਐਗਜ਼ਾਮਪਲ ਹੁਣ ਜਿੱਦਾਂ ਆਪਾਂ ਆਨਲਾਈਨ ਕਲਾਸਿਸ ਲਾਉਣੇ, ਜਿਵੇਂ ਹੁਣ ਮੇਰੇ ਕੋਲ ਬਹੁਤ ਸਾਰੇ ਸਟੂਡੈਂਟਸ ਆਨਲਾਈਨ ਕਲਾਸਿਸ ਲਾਉਂਦੇ, ਦੈਨ ਡੈਫੀਨੇਟਲੀ ਉਹ ਕੋਈ 2 ਮੰਥਸ ਤੋਂ ਕੋਈ 4 ਮੰਥਸ ਤੋਂ ਕਲਾਸਿਸ ਲਾ ਰਹੇ ਆ ਤਾਂ ਉਹ ਇੱਕ ਦੂਜੇ ਨਾਲ ਪੂਰੇ परिचित हो गए। सो उन्होंने की किया आपदी ऑनलाइन कम्यूनिटीज़ ਨੂੰ ਜੁਆਇਨ ਕਰਕੇ फ्रेंड्स बनाए एंड दैट शेयर सिमिलर इंटरस्ट, जिन्हों ਦੇ सिमिलर इंटरस्ट ਹੁੰਦੇ माइट हैल्प पीपल मीट एक्विस्टेंसिस। ਤੇ ਇਹ ਵੀ ਲੋਕਾਂ ਨੂੰ ਆਪਦੇ ਮੀਟ ਐਕੁਇਸਟੈਂਸਿਸ ਦਾ ਮਤਲਬ ਹੈ ਐਕੁਇਸਟੈਂਸੀ, ਜੇ ਤੁਹਾਨੂੰ ਯਾਦ ਹੋਵੇ ਤਾਂ ਮੈਂ ਉਹਦੀ ਇੱਕ ਵੀਡੀਓ ਹੈ ਕਿਊ ਕਾਰਡ ਆਈ ਨੋਟ ਰਿਮੈਂਬਰ ਯੈਟ ਕਲੀਅਰਲੀ, ਬਟ ਉਹਦੇ ਵਿੱਚ ਮੈਂ ਤੁਹਾਨੂੰ ਐਕੁਇਸਟੈਂਸੀ ਵਰਡ ਯੂਜ਼ ਕੀਤਾ ਸੀਗਾ ਇੱਕ ਐਜ਼ ਅ ਵੋਕੈਬ ਦੇ ਤੌਰ ਤੇ, ਮਤਲਬ ਹੁੰਦਾ ਹੈ परिचित। ਜਦੋਂ ਇੱਕ ਸਕੂਲ, ਯੈਸ, ਜਦੋਂ ਤੁਸੀਂ ਇੱਕ ਸਕੂਲ ਨੂੰ ਐਕਸਚੇਂਜ ਕੀਤਾ ਸੀਗਾ ਉਸ ਦੇ ਵਿੱਚ ਮੈਂ ਇਸ ਵਰਡ ਨੂੰ ਯੂਜ਼ ਕੀਤਾ ਸੀ ਆਲਮੋਸਟ ਲਾਸਟ ਪਤਾ ਨਹੀਂ 4th 5th ਲਾਈਨ ਦੇ ਵਿੱਚ। ਸੋ ਤੁਸੀਂ ਉਹਦੇ ਵਿੱਚ ਜਾ ਕੇ ਇਹਨੂੰ ਦੇਖ ਸਕਦੇ ਹੋ। नेक्स्ट क्वेश्चन, इज इट इंपॉर्टेंट टू हैव द सेम हॉबीज एंड इंटरस्ट वैन मेकिंग फ्रेंड्स? कि ये इंपॉर्टेंट है कि जो आप फ्रेंड्स बनाने और अपनी हॉबीज ते अपने इंटरस्ट भी सेम होण? नो इट डज नॉट मैटर, नहीं ये मैटर नहीं करता। कॉमन इंटरस्ट सर्टेनली ड्रॉ इंडिविजुअल्स टुगैदर। उन्होंने कहा कि ਜਿਹੜੇ कॉमन इंटरस्ट ਹੁੰਦੇ ਹੈ ਉਹ ਮਤਲਬ ਐਵੇਂ ਹੈ ਕਿ ਉਹ ਲੋਕਾਂ ਨੂੰ ਕੋਲੇ ਕੋਲੇ ਲੈ ਆਉਂਦੇ ਆ ਇੰਡੀਵਿਜੂਅਲਸ ਨੂੰ, ਵਿਚ ਇਜ਼ ਸਪੈਸ਼ਲੀ ਬੈਨੀਫੀਸ਼ੀਅਲ ਇਨ ਦ अर्ਲੀ ਸਟੇजेस ਆਫ ਫਰੈਂਡਸ਼ਿਪ, ਜਿਹੜੀ ਕਿ फ्रेंडशिप के स्टार्टिंग दे विच मतलब अर्ली स्टेज दे विच बहुत ही बेनीफिशियल हुंदी है। पीपल कैन नेवरदलैस, हुण देखो नेवरदलैस भी मैं 2 कोमास दे विच लाए, नेवरदलैस आपां स्टार्टिंग विच भी ला सकते सी, बट एक अच्छा इंप्रैशन लाइक 7.5 8 बैंड स्कोर इस दे लई आपां की लाया इहनूं विच लाया। सो पीपल कैन नेवरदलैस हैव डेस्परेट हॉबीज एंड स्टिल बिकम फ्रेंड्स। कई लोग होंगे कि जिन्होंने हॉबीज नहीं मतलब मैच नहीं करदियाँ फिर भी वो फ्रेंड्स होंगे। इन फैक्ट इतों तक कि बीइंग फ्रेंड्स विद समवन हू हैज़ कंप्लीटली डिफरेंट हॉबीज, कि उन्होंने नाल फ्रेंड्स बनना जिन्हों दी हॉबीज बिल्कुल डिफरेंट है एंड डूइंग थिंग्स जिहड़ियां चीज़ां वो करदे वो भी उन्हों दी बिल्कुल डिफरेंट आ। एंड डूइंग थिंग्स यू हैव नैवर डन बिफोर मे बी फैसीनेटिंग, तो जिहड़ियां चीज़ां तुसीं पहलां नहीं कीतियां ते लोकां दे विच टोटली डिफरेंट हुंदियां। सो इहो जिहियां चीज़ां की है बिल्कुल ये मतलब बहुत ज़्यादा फैसीनेटिंग हो जांदियां, फ्रेंडशिप ਨੂੰ फैसीनेटिंग बना ਦਿੰਦੀ है। नैक्सट है वट क्वालिटीज़ मेक ट्रू फ्रेंड्स, किस टाइप दी जिहड़ी क्वालिटीज़ हैगियां वो ट्रू फ्रेंड्स बनाउंदियां। ट्रू फ्रेंड्स स्टैंड बाय यू ईवन वैन यू आर गोइंग थ्रू अ डिफिकल्ट पीरियड। उन्होंने कहा कि ट्रू फ्रेंड्स जिहड़े है वो तुहाडे नाल उदों खड़दे है जदों तुसीं एक डिफिकल्ट टाइम दे विच हुंदे हो। दे इनकरेजिंग, वो तुहानूं दे आर इनकरेजिंग, वो बड़े ही इनकरेजिंग परसन हुंदे जिहड़े तुहानूं हर सिचुएशन दे विच इनकरेज करदे है। नॉन जजमेंटल, तुहानूं किसी भी टाइप च चाहे तुसीं हो चाहे इमोशनली तुसीं हिट हो या फाइनैंशियली तुसीं सही नहीं हो, वो तुहानूं जज नहीं करदे, वो की हुंदे नॉन जजमेंटल हुंदे आ। एंड एक्सैप्टिंग ऑफ यू एग्जैक्टली एज यू आर, ते वो तुहानूं उदां ही एक्सैप्ट करदे आ जिवें दे तुसीं हुंदे हो। दे गिव यू देयर ओनैसट ओपीनियन, दे गिव यू देयर ओनैसट ओपीनियन, कि वो तुहानूं थोड़ा वो तुहानूं आपदा एक बिल्कुल क्लीयर ते सच्चा साफ सुथरा ओपीनियन दिंदे, ईवन इफ इट हर्ट्स, भला दी वो तुहानूं की करे हर्ट ही करे। दे एक्चुअली केयर अबाउट एंड अडोर यू, वो एक्चुअली च तुहाडी परवाह करदे ते हमेशा तुहानूं फॉलो करदे है। सो
ਇਹ ਕੁਆਲਿਟੀਜ਼ ਹੈ ਜਿਹੜੀਆਂ ਇੱਕ ਟਰੂ ਫਰੈਂਡਸ ਦੀਆਂ ਕੁਆਲਿਟੀਜ਼ ਹੁੰਦੀਆਂ ਸੋ ਇਹ ਸਾਰੀਆਂ ਕੁਆਲਿਟੀਜ਼ ਹੈ ਸੋ ਹੋਪ ਯੂ ਗਾਈਜ਼ ਲਾਈਕ ਮਾਈ ਵੀਡੀਓ ਸੋ ਇਹਨੂੰ ਤੁਸੀਂ ਇੱਕ ਵਾਰੀ ਪੂਰੀ ਕਲੀਅਰਲੀ ਦੇਖੋ ਦੁਬਾਰੇ ਵੀ ਤੇ ਇਹਨੂੰ ਪੂਰੀ ਤਰ੍ਹਾਂ ਅੰਡਰਸਟੈਂਡ ਕਰੋ ਕਿ ਕਿਸ ਟਾਈਪ ਦੇ ਸੈਂਟੈਂਸ ਬਣਾਏ ਗਏ ਹੈ ਕਿਸ ਟਾਈਪ ਦੀ ਵੋਕੈਬ ਇਹਦੇ ਵਿੱਚ ਯੂਜ਼ ਹੋਈ ਹੈ ਸੋ ਯੂ ਵਿਲ ਗੈਟ ਦਾ ਬੈਟਰ ਬੈਂਡ ਸਕੋਰ ਆਈ ਐਮ ਟਰਾਈਂਗ ਟੂ ਮੇਕ ਯੂ ਰੀਚ ਔਨ 7 8 8.5 ਰਾਈਟ 6 ਤਾਂ ਹਰ ਕੋਈ ਲੈਂਦਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਜੇ ਤੁਸੀਂ ਫੇਮਸ ਪੀਪਲ ਵਾਲੀ ਸਟੋਰੀ ਵੀ ਬੋਲਦੇ ਹੋ ਤਾਂ 6 ਤੱਕ ਤਾਂ ਸਕੋਰ ਆ ਹੀ ਜਾਂਦਾ ਹੈ ਬਟ ਯੂ ਹੈਵ ਟੂ ਡੂ ਸਮਥਿੰਗ ਡਿਫਰੈਂਟ ਤੁਸੀਂ ਕੁਝ ਡਿਫਰੈਂਟ ਕਰਨਾ ਤਾਂ ਕਿ ਐਗਜ਼ਾਮੀਨਰ ਇੰਪ੍ਰੈਸ ਹੋਵੇ ਡਿਫਰੈਂਟ ਇਹ ਨਹੀਂ ਕਿ ਸਿਰਫ ਸਟੋਰੀ ਡਿਫਰੈਂਟ ਕਰਨੀ ਹੈ ਡਿਫਰੈਂਟ ਦਾ ਮਤਲਬ ਇਹ ਵੀ ਆ ਕਿ ਤੁਸੀਂ ਆਪਦੀ ਕੋਹੀਜ਼ਨ ਕੋਹਰੈਂਸ ਵੈਲ ਮੇਨਟੇਨ ਰੱਖਣਾ ਹੈ ਆਪਦੀ ਵੋਕੈਬਲਰੀ ਨੂੰ ਵੈਲ ਮੇਨਟੇਨ ਰੱਖਣਾ ਹੈ ਤੇ ਵੋਕੈਬਲਰੀ ਤੁਸੀਂ ਉਹੀ ਪਾਉਣੀ ਹੈ ਜਿਹੜੀ ਉੱਥੇ ਰੈਲੇਵੈਂਟ ਹੋਵੇ ਸੁਟੇਬਲ ਹੋਵੇ ਪਲੱਸ ਤੁਸੀਂ ਆਪਦੀ ਗ੍ਰਾਮਰ ਨੂੰ ਵੀ ਬਹੁਤ ਧਿਆਨ ਨਾਲ ਯੂਜ਼ ਕਰਨਾ ਹੈ ਕਿ ਤੁਸੀਂ ਆਪਦੇ ਪਾਸਟ ਨੂੰ ਯੂਜ਼ ਕਰ ਰਹੇ ਹੋ ਜਾਂ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਟੈਂਸ ਨੂੰ ਬੋਲ ਰਹੇ ਹੋ ਸੋ these are the criteria ਜਿਨ੍ਹਾਂ ਦੇ ਬੇਸ ਤੇ ਤੁਹਾਨੂੰ ਬੈਂਡ ਸਕੋਰ ਦਿੱਤਾ ਜਾਂਦਾ ਹੈ ਸੋ ਹੋਪ ਯੂ ਲਾਈਕ ਮਾਈ ਵੀਡੀਓ not this all the videos ਜੇ ਤੁਸੀਂ ਮੇਰੀ ਦੂਸਰੀ ਵੀਡੀਓਜ਼ ਨਹੀਂ ਦੇਖੀ ਆ then you can go in the description box and just click or find my other videos as well as subscribe my channel and share it with your friends so that we will get more YouTube friends and we will also upload so much videos thank you bye